ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਸੁਭਾਈਮਾਨ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ। ਗੁਰੂ ਦਰਬਾਰ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਬਣਾ ਰਹੇ ਹੋ। ਜਿਵੇਂ ਕਿ ਆਪਾਂ ਸਾਧ ਸੰਗਤ ਜੀਓ ਪਿਛਲੇ ਕੁਝ ਦਿਨਾਂ ਤੋਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਜੋ ਵਿਸ਼ਨੂੰ ਭਗਵਾਨ ਦੇ 24 ਅਵਤਾਰਾਂ ਦਾ ਜ਼ਿਕਰ ਕੀਤਾ, ਸ਼੍ਰੀ ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਆਪਾਂ ਉਹ ਪ੍ਰਸੰਗ ਸਰਵਣ ਕਰਦੇ ਆ ਰਹੇ ਹਾਂ। ਕੱਲ੍ਹ ਦੇ ਦੀਵਾਨਾਂ ਦੇ ਵਿੱਚ ਆਪਾਂ ਸਰਵਣ ਕੀਤਾ ਸੀ ਕਿ ਭਗਵਾਨ ਵਿਸ਼ਨੂੰ ਜੀ ਨੇ ਬਰਾਹ ਅਵਤਾਰ ਧਾਰਨ ਕਰਕੇ ਜਿਹੜਾ ਹਿਰਨਕਸ਼ਪ ਦੈਂਤ ਸੀ, ਜਿਹੜਾ ਹਰਨਾਕਸ਼ ਦੈਂਤ ਦਾ ਭਰਾ ਸੀ, ਉਸ ਨੂੰ ਮਾਰਨਾ ਕੀਤਾ। ਤੇ ਅੱਜ ਸਾਧ ਸੰਗਤ ਜੀਓ ਜਿਹੜਾ ਆਪਾਂ ਹਰਨਾਕਸ਼ ਦੈਂਤ ਹੋਇਆ, ਹਿਰਨਕਸ਼ਪ ਦਾ ਭਰਾ ਹਰਨਾਕਸ਼ ਦੈਂਤ, ਉਸ ਨੂੰ ਭਗਵਾਨ ਵਿਸ਼ਨੂੰ ਜੀ ਨੇ ਨਰਸਿੰਘ ਰੂਪ ਅਵਤਾਰ ਧਾਰਨ ਕਰਕੇ ਕਿਵੇਂ ਉਸ ਨੂੰ ਨਿਉਂਦਰਾਂ ਦੇ ਨਾਲ, ਨੂੰਹਾਂ ਦੇ ਨਾਲ ਪਾੜ ਦਿੱਤਾ, ਉਸਦੇ ਪੇਟ ਨੂੰ, ਤੇ ਉਸ ਨੂੰ ਮਾਰਨਾ ਕੀਤਾ। ਸਾਧ ਸੰਗਤ ਜੀਓ ਜਦੋਂ ਹਿਰਨਕਸ਼ਪ ਦੈਂਤ ਨੂੰ ਮਾਰਿਆ ਨਾ ਭਗਵਾਨ ਵਿਸ਼ਨੂੰ ਜੀ ਨੇ ਬਰਾਹ ਅਵਤਾਰ ਦੇ ਵਿੱਚ, ਤੇ ਇੰਦਰ ਨੂੰ ਰਾਜ ਦੇਣਾ ਕੀਤਾ, ਤੇ ਬ੍ਰਹਮੇ ਦੇ ਜਿਹੜੇ 4 ਵੇਦ ਸਨ ਉਹ ਪਤਾਲ ਦੇ ਵਿੱਚੋਂ ਲਿਆ ਕੇ ਦਿੱਤੇ, ਤੇ ਜਿਹੜੇ ਇੰਦਰਪੁਰੀ ਦਾ ਰਾਜਾ ਸੀ ਇੰਦਰ ਸਾਧ ਸੰਗਤ ਜੀ, ਅਤੇ ਹੋਰ ਜਿਹੜੇ ਦੇਵੀ ਦੇਵਤੇ ਸਨ ਉਹ ਸਾਰੇ ਹੰਕਾਰ ਦੇ ਵਿੱਚ ਆ ਗਏ, ਫੁੱਲੇ ਨਹੀਂ ਸਮਾਏ। ਤੇ ਬੜਾ ਉਹਨਾਂ ਨੇ ਧਨ ਦੌਲਤ ਸੀ, ਜਿਹੜਾ ਮਾਇਆ ਸੀ, ਸਾਰੇ ਭੰਡਾਰੇ ਖੋਲ ਦਿੱਤੇ ਇੰਦਰ ਭਗਵਾਨ ਨੇ, ਤੇ ਸਾਰੇ ਦੇਵਤੇ ਹੰਕਾਰੀ ਹੋ ਗਏ। ਤੇ ਉਸ ਤੋਂ ਬਾਅਦ ਫਿਰ ਜਿਹੜਾ ਹਰਨਾਕਸ਼ ਦੈਂਤ ਸੀ ਉਹ ਸਾਧ ਸੰਗਤ ਜੀਓ ਪ੍ਰਗਟ ਹੋਇਆ, ਤੇ ਉਸ ਹਰਨਾਕਸ਼ ਦੈਂਤ ਨੇ ਜਿਵੇਂ ਹਿਰਨਕਸ਼ਪ ਦੈਂਤ ਨੇ ਸਾਰੇ ਲੋਕ ਜਿੱਤ ਲਏ ਸਨ, ਇਸੇ ਤਰ੍ਹਾਂ ਹਰਨਾਕਸ਼ ਦੈਂਤ ਨੇ ਸਾਰੇ ਦੇਵਤਿਆਂ ਨੂੰ ਜਿੱਤ ਲਿਆ, ਇੰਦਰਪੁਰੀ ਨੂੰ ਜਿੱਤ ਲਿਆ। ਇੰਦਰ ਸੀ ਜਿਹੜਾ ਭਜਾ ਦਿੱਤਾ ਇੰਦਰਪੁਰੀ ਦੇ ਵਿੱਚੋਂ, ਸਵਰਗਾਂ ਦੇ ਵਿੱਚੋਂ, ਦੇਵਲੋਕ ਦੇ ਵਿੱਚੋਂ ਭਜਾ ਦਿੱਤਾ, ਤੇ ਆਪ ਰਾਜਾ ਬਣ ਕੇ ਬਹਿ ਗਿਆ। ਤੇ ਨਾਲ ਉਸਦੇ ਜਿਹੜੇ ਹੋਰ ਬਲੀ ਦੈਂਤ ਸਨ, ਬੜੇ ਯੋਧੇ ਸੂਰਬੀਰ, ਤੇ ਆਪਾਂ ਪਿਛਲੇ ਪ੍ਰਕਰਨਾਂ ਦੇ ਵਿੱਚ ਸਰਵਣ ਕੀਤਾ ਸੀ ਇਹ ਦੋਨੇ ਭਰਾ ਹਿਰਨਕਸ਼ਪ ਤੇ ਹਰਨਾਕਸ਼ ਦੋਨੇ ਬੜੇ ਬਲੀ ਸਨ, ਸੂਰਬੀਰ ਸਨ। ਤੇ ਇਸੇ ਤਰ੍ਹਾਂ ਹਰਨਾਕਸ਼ ਦੇ ਨਾਲ ਦੇ ਸਨ ਜਿਹੜੇ ਦੈਂਤ, ਉਹ ਵੀ ਬੜੇ ਬਲੀ ਸਨ, ਸੂਰਬੀਰ ਸਨ। ਤੇ ਸਾਧ ਸੰਗਤ ਜੀ ਇਹ ਜਿਹੜਾ ਹਰਨਾਕਸ਼ ਦੈਂਤ ਹੋਇਆ ਮੁਲਤਾਨ ਦਾ ਰਾਜਾ ਹੋਇਆ ਹੈ, ਪਾਕਿਸਤਾਨ ਦੇ ਵਿੱਚ ਜਿਹੜਾ ਮੁਲਤਾਨ ਸ਼ਹਿਰ ਹੈ ਨਾ, ਉੱਥੋਂ ਦਾ ਰਾਜਾ ਹੋਇਆ ਹਰਨਾਕਸ਼ ਦੈਂਤ। ਤੇ ਫਿਰ ਕੀ ਕੀਤਾ ਇਸਨੇ, ਇੰਦਰ ਨੂੰ ਭਜਾ ਦਿੱਤਾ, ਦੇਵਪੁਰੀ ਜਿਹੜੀ ਖਾਲੀ ਕਰਕੇ ਇੰਦਰ ਭੱਜ ਗਿਆ, ਸਾਰੇ ਦੇਵਤੇ ਦੌੜ ਗਏ। ਤੇ ਫਿਰ ਇਹ ਬੜਾ ਤਿਆਰ ਬਰ ਤਿਆਰ ਹੋਇਆ, ਆਪਣੇ ਤਨ ਦੇ ਉੱਤੇ ਸ਼ਸਤਰ ਬਸਤਰ ਸਜਾਏ ਨੇ, ਚੰਗੇ ਬਸਤਰ ਪਹਿਨੇ ਨੇ, ਤੇ ਇਸ ਦੀ ਜਿਹੜੀ ਘਰ ਵਾਲੀ ਸੀ ਜਿਸ ਦਾ ਨਾਮ ਪੁਰਾਣਾ ਦੇ ਵਿੱਚ ਜ਼ਿਕਰ ਹੈ, ਗੁਰੂ ਦਸਵੇਂ ਪਾਤਸ਼ਾਹ ਨੇ ਜ਼ਿਕਰ ਕੀਤਾ, ਕਯਾਦੂ ਨਾਮ ਦੀ ਇਸ ਦੀ ਜਿਹੜੀ ਘਰ ਵਾਲੀ ਸੀ, ਤਿਆਰ ਬਰ ਤਿਆਰ ਹੋ ਕੇ ਸ਼ਸਤਰ ਬਸਤਰ ਸਜਾ ਕੇ ਬੜਾ ਸੱਜ ਧੱਜ ਕੇ ਆਪਣੀ
ਘਰ ਵਾਲੀ ਦੇ ਕੋਲ ਗਿਆ ਹੈ। ਤੇ ਜਦੋਂ ਗਿਆ ਉਸਦੇ ਕੋਲ ਤੇ ਉਸਦੇ ਨਾਲ ਬੜਾ ਇਸ ਨੇ ਪ੍ਰੇਮ ਕੀਤਾ ਹੈ। ਤੇ ਫਿਰ ਉਸ ਦੇ ਨਾਲ ਇਸ ਨੇ ਸੰਬੰਧ ਬਣਾਇਆ ਹੈ। ਤੇ ਸੰਬੰਧ ਬਣਾਉਣ ਦੇ ਨਾਲ ਤੇ ਜਿਹੜੀ ਇਸ ਦੀ ਘਰ ਵਾਲੀ ਸੀ ਉਸਨੇ ਗਰਭ ਧਾਰਨ ਕੀਤਾ। ਤੇ ਫਿਰ ਉਸ ਦੀ ਕੁੱਖ ਤੋਂ ਭਗਤ ਪ੍ਰਹਿਲਾਦ ਨੇ ਜਨਮ ਲਿੱਤਾ, ਪੁੱਤਰ ਨੇ ਜਨਮ ਲਿੱਤਾ ਪ੍ਰਹਿਲਾਦ ਨੇ। ਤੇ ਫਿਰ ਇਸ ਨੇ ਵੀ ਬੜੀ ਖੁਸ਼ੀ ਮਨਾਈ, ਬੜਾ ਚਾਅ ਕੀਤਾ, ਬੜਾ ਪ੍ਰੇਮ ਕੀਤਾ, ਪੁੱਤਰ ਨੇ ਜਨਮ ਲਿੱਤਾ ਹੈ। ਤੇ ਜਦੋਂ 5-7 ਸਾਲਾਂ ਦਾ ਹੋਇਆ ਨਾ ਤੇ ਇਸ ਨੂੰ ਪੜ੍ਹਨ ਵਾਸਤੇ ਭੇਜਿਆ ਸੰਡੇ ਮਰਕੇ ਦੇ ਕੋਲ। ਆਪਾਂ ਬਾਣੀ ਦੇ ਵਿੱਚ ਪੜ੍ਹਨੇ ਆ ਨਾ, ਸੰਡਾ ਮਰਕਾ ਜਾਏ ਪੁਕਾਰੇ, ਪ੍ਰਹਿਲਾਦ ਪਠਾਏ ਪੜ੍ਹਨ ਸਾਲ, ਮੋਕੋ ਕਹਾਂ ਪੜ੍ਹਾਵਸ ਆਲ ਜਾਲ, ਮੇਰੀ ਪਟੀਆਂ ਲਿਖ ਦਿਓ ਸ੍ਰੀ ਗੋਪਾਲ, ਮੇਰਾ ਔਰ ਪੜ੍ਹਨ ਸਿਓ ਨਾਹੀ ਕਾਮ। ਤੇ ਜਦੋਂ ਉਸਦੇ ਕੋਲ ਪੜ੍ਹਨ ਵਾਸਤੇ ਗਿਆ ਹੈ ਸੰਡੇ ਮਰਕੇ ਦੇ ਕੋਲ, ਤੇ ਜੋ ਉਹਨੇ ਪੜ੍ਹਾਇਆ ਹੈ ਉਹ ਨਹੀਂ ਪੜ੍ਹਦਾ। ਕਹਿਣ ਲੱਗਾ, ਬਾਣੀ ਦੇ ਵਿੱਚ ਬਚਨ ਆਏ ਨੇ ਨਾ, ਮੇਰੋ ਔਰ ਪੜ੍ਹਨ ਸਿਓ ਨਾਹੀ ਕਾਮ, ਮੈਂ ਹੋਰ ਕੁਝ ਪੜ੍ਹ ਕੇ ਕੀ ਲਿਖਣਾ, ਕੀ ਕਰਨਾ ਹੈ। ਕਹਿਣ ਲੱਗਾ, ਮੇਰੀ ਪੱਟੀਆਂ ਲਿਖ ਦਿਓ ਸ੍ਰੀ ਗੋਪਾਲ। ਤਾਂ ਹੀ ਤੇ ਸਾਧ ਸੰਗਤ ਜੀ ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਇਹ ਜਿਹੜੇ ਪ੍ਰਸੰਗ ਨੇ ਨਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਤਾਂ ਹੀ ਲਿਖੇ ਨੇ ਕਿਉਂਕਿ ਇਹਨਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜ਼ਿਕਰ ਆਇਆ ਇਹਨਾਂ ਸਾਰਿਆਂ ਦਾ। ਤਾਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਸਾਰੇ ਪ੍ਰਸੰਗ ਲਿਖੇ ਨੇ, ਭਗਵਾਨ ਜੀ ਦੇ ਅਵਤਾਰ ਲਿਖੇ ਨੇ। ਤੇ ਫਿਰ ਜਦੋਂ ਪੜ੍ਹ ਰਿਹਾ ਸੀ ਨਾ ਭਗਤ ਪ੍ਰਹਿਲਾਦ, ਤੇ ਇੱਕ ਦਿਨ ਹਰਨਾਕਸ਼ ਦੈਂਤ ਨੇ ਉਸ ਪਾਠਸ਼ਾਲਾ ਦੇ ਵਿੱਚ, ਸਕੂਲ ਦੇ ਵਿੱਚ ਗੇੜਾ ਮਾਰਿਆ ਹੈ ਵੀ ਮੈਂ ਵੇਖ ਕੇ ਆਵਾਂ ਕਿ ਪ੍ਰਹਿਲਾਦ ਕੀ ਪੜ੍ਹ ਰਿਹਾ ਹੈ। ਤੇ ਜਦੋਂ ਗਿਆ ਨਾ ਹਰਨਾਕਸ਼ ਗੇੜਾ ਮਾਰਨ ਵਾਸਤੇ, ਤੇ ਦੇਖ ਕੇ ਬੜਾ ਪ੍ਰਸੰਨ ਹੋਇਆ ਕਿ ਮੇਰਾ ਪੁੱਤਰ ਪੜ੍ਹ ਰਿਹਾ ਹੈ। ਤੇ ਜਦੋਂ ਕਿਹਾ ਨਾ ਭਗਤ ਪ੍ਰਹਿਲਾਦ ਨੂੰ, ਪੁੱਤਰ ਦੱਸ ਕੀ ਪੜ੍ਹਿਆ ਤੂੰ? ਤੇ ਉਸ ਵੇਲੇ ਕਿਹਾ, ਉਸ ਦੀ ਜਿਹੜੀ ਪੱਟੀ ਸੀ ਨਾ ਤਖਤੀ ਦੇ ਉੱਤੇ ਲਿਖਿਆ ਹੋਇਆ ਸੀ ਸ੍ਰੀ ਗੋਪਾਲ, ਕਿ ਆ ਜਿਹੜਾ ਸ੍ਰੀ ਗੋਪਾਲ ਹੈ ਨਾ ਸਾਰੀ ਧਰਤੀ ਦੀ ਪਾਲਣਾ ਕਰਨ ਵਾਲਾ, ਇਹ ਸਾਰੇ ਪਾਸੇ ਹੈ, ਸਾਰਿਆਂ ਦੇ ਵਿੱਚ ਸਮਾਇਆ ਹੋਇਆ। ਘਟ ਘਟ ਮੈਂ ਹਰਜੂ ਬਸੈ ਸੰਤਨ ਕਿਉ ਪੁਕਾਰ, सगल बनस्पत में बैसंतर सगल दूध में किया, ऊंच नीच में जो समानी घट घट माधो जिया। किया जड़ा श्री गोपाल ना सारिਆਂ ਦੇ ਵਿੱਚ ਸਮਾਇਆ ਹੈ, ਸਾਰੇ ਪਾਸੇ ਇਸ ਦੀ ਖੇਡ ਵਰਤਣੀ ਹੈ। ਤੇ ਹਰਨਾਕਸ਼ ਸੀ ਜਿਹੜਾ ਬੜੇ ਗੁੱਸੇ ਦੇ ਵਿੱਚ, ਕ੍ਰੋਧ ਦੇ ਵਿੱਚ ਆ ਗਿਆ ਕਿਉਂਕਿ ਇਸ ਨੇ ਬ੍ਰਹਮੇ ਦੀ ਭਗਤੀ ਕੀਤੀ ਸੀ। ਬ੍ਰਹਮੇ ਦੇ ਕੋਲੋਂ 12 ਵਾਰ ਲਿੱਤੇ ਸਨ ਕਿ ਨਾ ਮੈਂ ਅੰਦਰ ਮਰਾਂ ਨਾ ਬਾਹਰ ਮਰਾਂ, ਨਾ ਦਿਨੇ ਮਰਾਂ ਨਾ ਰਾਤ ਮਰਾਂ, ਨਾ ਧੁੱਪ ਮਰਾਂ ਨਾ ਛਾਂ ਮਰਾਂ। ਇਸ ਤਰ੍ਹਾਂ 12 ਵਾਰ ਲਿੱਤੇ ਸਨ। ਤੇ ਇਸ ਨੂੰ ਹੰਕਾਰ ਹੋ ਗਿਆ ਕਿ ਮੈਂ ਕਿਹੜਾ ਮਰਨਾ ਹੈ, ਸਦਾ ਹੀ ਜਿਉਂਦੇ ਰਹਿਣਾ ਹੈ। ਕਹਿਣ ਲੱਗਾ, ਤੂੰ ਮੇਰਾ ਨਾਮ ਜਪ, ਜਲੇ ਹਰੀ ਜਲੇ ਹਰਨਾਕਸ਼ ਥਲੇ ਹਰਨਾਕਸ਼। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਤੇ ਇਹ ਬਚਨ ਕੀਤੇ ਨਾ, ਜਲੇ ਹਰੀ ਥਲੇ ਹਰੀ ਉਰੇ ਹਰੀ ਗੁਫੇ ਹਰੀ, ਕਿ ਸਾਰੇ ਪਾਸੇ ਉਹ ਅਕਾਲ ਪਰਮੇਸ਼ਰੀ ਹੈ। ਪਰ ਹਰਨਾਕਸ਼ ਦੈਂਤ ਕਹਿਣ ਲੱਗਾ ਵੀ ਤੂੰ ਮੇਰਾ ਨਾਮ ਜਪ, ਵੀ ਸਾਰੇ ਪਾਸੇ ਹਰਨਾਕਸ਼ ਹੀ ਹੈ, ਇਹ ਰੱਬ ਹੈ, ਅਕਾਲ ਪੁਰਖ ਹੈ। ਭਗਤ ਪ੍ਰਹਿਲਾਦ ਕਹਿਣ ਲੱਗਾ, ਨਹੀਂ ਪਿਤਾ ਜੀ, ਇਹ ਜਿਹੜਾ ਗੋਪਾਲ ਹੈ ਨਾ ਸਾਰੇ ਪਾਸੇ ਉਹ ਅਕਾਲ ਪੁਰਖ ਪਰਮੇਸ਼ਰ ਦੀ ਖੇਡ ਵਰਤਣੀ ਹੈ, ਸਾਰੇ ਪਾਸੇ ਉਹ ਅਕਾਲ ਪੁਰਖ ਹੀ ਨਜ਼ਰ ਆ ਰਿਹਾ ਮੈਨੂੰ। ਤੇ ਪੁਰਾਣਾਂ ਦੇ ਵਿੱਚ ਇਸ ਤਰ੍ਹਾਂ ਦੇ ਪ੍ਰਸੰਗ ਜੇ ਆਉਂਦੇ ਨੇ ਕਿ ਭਗਤ ਪ੍ਰਹਿਲਾਦ ਨੂੰ
ਕੋਠੇ ਦੇ ਵਿੱਚ ਵੀ ਬੰਦ ਕਰਕੇ ਰੱਖਿਆ, ਹਨੇਰ ਘੁੱਪ ਦੇ ਵਿੱਚ ਵੀ ਇਹਨੂੰ ਮਾਰ ਦਿਆਂ ਮੈਂ। ਬਾਣੀ ਦੇ ਵਿੱਚ ਬਚਨ ਪੜ੍ਹਦੇ ਨਾ, ਪ੍ਰਹਲਾਦ ਕੋਠੇ ਵਿੱਚ ਰੱਖਿਆ ਬਾਰ ਦੀਆਂ ਤਾਲਾਂ। ਭਗਤ ਪ੍ਰਹਲਾਦ ਨੂੰ ਕੋਠੇ ਦੇ ਵਿੱਚ ਬੰਦ ਕਰ ਦਿੱਤਾ, ਕਮਰੇ ਦੇ ਵਿੱਚ ਬੰਦ ਕਰ ਦਿੱਤਾ ਤੇ ਬਾਹਰੋਂ ਤਾਲਾ ਮਾਰ ਦਿੱਤਾ। ਤੇ ਫਿਰ ਜਦੋਂ ਖੋਲਿਆ ਨਾ ਥੋੜੇ ਦਿਨਾਂ ਬਾਅਦ, ਭਗਤ ਪ੍ਰਹਲਾਦ ਜੀ ਉਸ ਅਕਾਲ ਪੁਰਖ ਪਰਮੇਸ਼ਰ ਦੀ ਭਗਤੀ ਦੇ ਵਿੱਚ ਲੀਨ ਹਨ। ਫਿਰ ਇੱਥੋਂ ਤੱਕ ਵੀ ਜ਼ਿਕਰ ਆਇਆ ਕਿ ਪਹਾੜ ਦੀ ਉੱਚੀ ਚੋਟੀ ਤੋਂ ਵੀ ਥੱਲੇ ਸੁੱਟਿਆ ਗਿਆ, ਫਿਰ ਵੀ ਭਗਤ ਜੀ ਬਚ ਗਏ। ਫਿਰ ਇੱਥੋਂ ਤੱਕ ਜ਼ਿਕਰ ਆਇਆ ਵੀ ਭਗਤ ਪ੍ਰਹਲਾਦ ਨੂੰ ਨਾ ਕੀ ਕੀਤਾ, ਹਰਨਾਕਸ਼ ਦੈਂਤ ਨੇ ਵੀ ਆਪਣਾ ਜਲ ਦੇ ਵਿੱਚ ਸੁੱਟਣਾ ਕੀਤਾ, ਬੰਨ ਕੇ ਜਲ ਦੇ ਵਿੱਚ ਸੁੱਟ ਦਿੱਤਾ, ਜਲ ਅਗਨੀ ਵਿੱਚ ਘੱਤਿਆ। ਬਾਣੀ ਦੇ ਵਿੱਚ ਬਚਨ ਆਏ ਨੇ ਵੀ ਭਗਤ ਪ੍ਰਹਲਾਦ ਨੂੰ ਜਲ ਅਗਨੀ ਦੇ ਵਿੱਚ ਸਾੜਨ ਦਾ ਵੀ ਯਤਨ ਕੀਤਾ ਤੇ ਭਗਤ ਜੀ ਫਿਰ ਵੀ ਬਚ ਗਏ। ਤੇ ਇੱਥੋਂ ਤੱਕ ਫਿਰ ਜਿਹੜਾ ਥੰਮ ਸੀ, ਤਬਤ ਥੰਮ ਗਲ ਲਾਤਿਆਂ, ਜਿਹੜਾ ਥੰਮ ਸੀ ਨਾ ਉਸ ਨੂੰ ਲਾਲ ਸੁਰਖ ਕਰ ਦਿੱਤਾ ਅੱਗ ਦੇ ਨਾਲ। ਕਹਿਣ ਲੱਗੇ ਲੈ ਹੁਣ ਦੇਖਦੇ ਆ ਤੈਨੂੰ ਕੌਣ ਬਚਾਏਗਾ, ਲੈ ਇਸ ਨੂੰ ਜੱਫੀ ਪਾ। ਤੇ ਭਗਤ ਪ੍ਰਹਲਾਦ ਜੀ ਨੇ ਕੀ ਕੀਤਾ, ਦੇਖਿਆ ਭਗਵਾਨ ਜੀ ਕੀੜੀ ਦਾ ਰੂਪ ਧਾਰਨ ਕਰਕੇ ਉਸ ਤੱਤੇ ਥੰਮ ਦੇ ਉੱਤੇ ਤੁਰਦੇ ਆ ਰਹੇ ਨੇ ਕੀੜੀ ਦੇ ਰੂਪ ਦੇ ਵਿੱਚ। ਭਗਤ ਪ੍ਰਹਲਾਦ ਜੀ ਕਹਿਣ ਲੱਗੇ ਜੇ ਇਸ ਕੀੜੀ ਦਾ ਨਹੀਂ ਕੁਛ ਵਿਗੜਿਆ ਤੇ ਮੇਰਾ ਕੀ ਵਿਗੜਨਾ। ਭਗਤ ਪ੍ਰਹਲਾਦ ਨੇ ਤੱਤੇ ਥੰਮ ਨੂੰ ਗਲ ਦੇ ਨਾਲ ਲਾ ਲਿਆ, ਫਿਰ ਵੀ ਕੁਝ ਨਾ ਵਿਗੜਿਆ। ਤੇ ਇੱਥੋਂ ਤੱਕ ਜ਼ਿਕਰ ਆਇਆ ਹੈ ਕਿ ਸੱਪਾਂ ਦੇ ਇਸ ਨੂੰ ਡੰਗ ਵੀ ਮਰਵਾਏ ਗਏ। ਪੁਰਾਣਾ ਦੇ ਵਿੱਚ ਜ਼ਿਕਰ ਆਇਆ ਸੱਪਾਂ ਦੇ ਡੰਗ ਮਰਵਾਏ ਗਏ, ਤਾਂ ਵੀ ਭਗਤ ਪ੍ਰਹਲਾਦ ਦੀ ਕੁਝ ਨਹੀਂ ਵਿਗੜਿਆ। ਬਾਣੀ ਦੇ ਵਿੱਚ ਆਪਾਂ ਪੜ੍ਹਦੇ ਹਾਂ, ਭਗਤ ਪ੍ਰਹਲਾਦ ਕੀ ਪੈਜ ਜਿਨ ਰਾਖੀ। ਭਗਤ ਪ੍ਰਹਲਾਦ ਦੀ ਆਪ ਹੀ ਪੈਜ ਰੱਖੀ ਉਸ ਅਕਾਲ ਪੁਰਖ ਪਰਮੇਸ਼ਰ ਨੇ। ਫਿਰ ਕੀ ਕੀਤਾ, ਭਗਤ ਪ੍ਰਹਲਾਦ ਨੂੰ ਥੰਮ ਦੇ ਨਾਲ ਬੰਨ੍ਹ ਦਿੱਤਾ। ਮਿਲਾ ਦਿਖਾ ਤੇਰਾ ਕਿੱਥੇ ਆ ਰੱਬ, ਕਿੱਥੇ ਆ ਤੇਰਾ ਗੋਪਾਲ, ਕਿੱਥੇ ਆ ਤੇਰਾ ਪਰਮਾਤਮਾ ਅਕਾਲ ਪੁਰਖ ਪਰਮੇਸ਼ਰ, ਲੈ ਦਿਖਾ। ਜਦੋਂ ਥੰਮ ਦੇ ਨਾਲ ਬੰਨਿਆ ਤੇ ਫਿਰ ਕੀ ਹੋਇਆ, ਜਿਹੜੇ ਭਗਵਾਨ ਸਨ ਨਰਸਿੰਘ ਦਾ ਰੂਪ ਅਵਤਾਰ ਧਾਰਨ ਕਰਕੇ ਆ ਗਏ ਕਿ ਜਿਹੜਾ ਮੇਰੇ ਭਗਤ ਨੂੰ ਇੰਨੇ ਦੁੱਖ ਦੇ ਰਿਹਾ, ਮੈਂ ਆਪਣੇ ਭਗਤ ਨੂੰ ਦੁੱਖ ਦੇਣ ਵਾਲੇ ਤੋਂ ਬਚਾਵਾਂ। ਫਿਰ ਸਾਧ ਸੰਗਤ ਜੀਓ, ਹਰਨਾਕਸ਼ ਦੈਂਤ ਦਾ ਅਤੇ ਨਰਸਿੰਘ ਭਗਵਾਨ ਦਾ ਆਪਸ ਦੇ ਵਿੱਚ ਬੜਾ ਭਾਰੀ ਜੰਗ ਯੁੱਧ ਹੋਇਆ। ਤੇ ਫਿਰ ਦੋਵਾਂ ਪਾਸਿਆਂ ਤੋਂ ਜਿਹੜੇ ਦੈਂਤ ਸਨ ਨਾਲ ਆਏ ਸਨ, ਹਰਨਾਕਸ਼ ਦੈਂਤ ਦੇ ਮੁਲਤਾਨ ਦੀ ਧਰਤੀ ਦੇ ਉੱਤੇ, ਇਹ ਮੁਲਤਾਨ ਦਾ ਰਾਜਾ ਸੀ ਨਾ ਹਰਨਾਕਸ਼ ਦੈਂਤ, ਜਿਹੜਾ ਪਾਕਿਸਤਾਨ ਦੇ ਵਿੱਚ ਮੁਲਤਾਨ ਹੈ। ਉੱਥੇ ਫਿਰ ਭਗਵਾਨ ਨਰਸਿੰਘ ਦਾ ਅਤੇ ਹਰਨਾਕਸ਼ ਦੈਂਤ ਦਾ ਬੜਾ ਭਾਰੀ ਜੰਗ ਯੁੱਧ ਹੋਇਆ। ਭਗਵਾਨ ਜੀ ਜਦੋਂ ਗੱਜੇ ਨਾ ਦਹਾੜੇ ਸ਼ੇਰ ਦੀ ਤਰ੍ਹਾਂ, ਫਿਰ ਸਾਧ ਸੰਗਤ ਜੀ ਜਿਹੜੇ ਦੈਂਤ ਸਾਨੂੰ ਡਰਦੇ, ਹਰਨਾਕਸ਼ ਦੈਂਤ ਦੇ ਨਾਲ ਜਿਹੜੇ ਆਏ ਸਾਨੂੰ ਡਰਦੇ ਭੱਜ ਗਏ। ਤੇ ਬੜਾ ਭਾਰੀ ਜੰਗ ਯੁੱਧ ਹੁੰਦਾ ਰਿਹਾ, ਲੋਹੇ ਦੇ ਨਾਲ ਲੋਹਾ ਖੜਕਿਆ। ਤੇ ਇਸ ਤਰ੍ਹਾਂ ਜੰਗ ਦਾ ਮੈਦਾਨ ਸੀ ਜਿਵੇਂ ਕੇਸੂ ਰੰਗ ਦੇ ਲਾਲ ਰੰਗ ਦੇ ਫੁੱਲ ਹੁੰਦੇ ਨੇ ਨਾ, ਸਾਰਿਆਂ ਦੇ ਚਿਹਰੇ ਲਾਲ ਰੰਗ ਦੇ ਹੋ ਗਏ, ਸੁਰਖ ਹੋ ਗਏ, ਲਾਲ ਸੂਰਮੇ, ਨੇਤਰ ਲਾਲ, ਚਿਹਰੇ ਲਾਲ। ਜਿਹੜੀ ਧਰਤੀ ਸੀ ਸੂਰਮਿਆਂ ਦੇ ਖੂਨ ਦੇ ਨਾਲ ਰੰਗੀ ਗਈ, ਲਾਲ ਸੁਰਖ ਹੋ ਗਈ। ਤੇ ਤਲਵਾਰਾਂ ਇੰਜ ਜਾਪਦੀਆਂ ਨੇ ਜਿਵੇਂ ਬਿਜਲੀ ਗੜਕਦੀ ਹੋਵੇ ਸੌਣ ਭਾਦਰੋਂ ਦੇ ਮਹੀਨੇ ਦੇ ਵਿੱਚ।
ਇਸ ਤਰ੍ਹਾਂ ਤਲਵਾਰਾਂ ਲਿਸ਼ਕਦੀਆਂ ਨੇ। ਤੇ ਇਸ ਤਰ੍ਹਾਂ ਜ਼ਿਕਰ ਆਇਆ ਕਿ ਗੁਰਜ ਲਿੱਤਾ, ਹਰਨਾਕਸ਼ ਦੈਂਤ ਨੇ ਤਲਵਾਰ ਲਿੱਤੀ ਆਪਣੇ ਹੱਥ ਦੇ ਵਿੱਚ, ਤੇ ਜੰਗ ਦੇ ਮੈਦਾਨ ਦੇ ਵਿੱਚ ਇਸ ਤਰ੍ਹਾਂ ਗਰਜਦੇ ਪਏ ਸਨ ਸੂਰਮੇ, ਜਿਵੇਂ ਬੱਦਲ ਗਰਜਦੇ ਨੇ। ਜਿਵੇਂ ਬੱਦਲਾਂ ਦੀ ਆਵਾਜ਼ ਆਉਂਦੀ ਹੈ ਨਾ ਸੌਣ ਭਾਦਰੋਂ ਦੇ ਮਹੀਨੇ ਦੇ ਵਿੱਚ, ਇਸ ਤਰ੍ਹਾਂ ਸੂਰਮੇ ਸਨ ਜਿਹੜੇ ਮੈਦਾਨੇ ਜੰਗ ਦੇ ਵਿੱਚ ਗੱਜ ਰਹੇ ਸਨ। ਤੇ ਸੂਰਮਿਆਂ ਦੇ ਜਿਹੜੇ ਧੜ ਸਨ, ਕਿਸੇ ਦੀਆਂ ਬਾਹਾਂ ਵੱਡੀਆਂ ਪਈਆਂ ਸਨ, ਕਿਸੇ ਦੇ ਸਿਰ ਵੱਡੇ ਪਏ ਸਨ, ਕਿਸੇ ਦੇ ਹੱਥ ਵੱਡੇ ਪਏ ਸਨ, ਕਿਸੇ ਦੇ ਪੈਰ ਵੱਡੇ ਪਏ ਸਨ। ਤੇ ਗੁਰੂ ਦਸਵੇਂ ਪਾਤਸ਼ਾਹ ਨੇ ਲਿਖਿਆ ਹੈ ਦਸਮ ਗ੍ਰੰਥ ਦੇ ਵਿੱਚ ਕਿ ਇਸ ਤਰ੍ਹਾਂ ਤੀਰਾਂ ਦੀ, ਤਲਵਾਰਾਂ ਦੀ ਵਾਛੜ ਹੋ ਰਹੀ ਸੀ, ਜਿਵੇਂ ਸੌਣ ਭਾਦਰੋਂ ਦੇ ਮਹੀਨੇ ਦੇ ਵਿੱਚ ਮੀਂਹ ਦੀ ਵਾਛੜ ਹੁੰਦੀ ਹੈ ਨਾ, ਮੀਂਹ ਪੈਂਦਾ ਹੈ। ਇਸ ਤਰ੍ਹਾਂ ਤਲਵਾਰਾਂ ਸਨ ਜਿਹੜੀਆਂ, ਤੀਰ ਸਨ, ਬਰਛੇ ਸਨ, ਮੀਂਹ ਦੀ ਤਰ੍ਹਾਂ ਚੱਲ ਰਹੇ ਸਨ। ਇੱਕ ਤੀਰ ਚੱਲਦਾ ਸੀ, ਉਹਦੇ ਮਗਰ ਦੂਜਾ ਤੀਰ, ਦੂਜੇ ਦੇ ਤੀਜਾ, ਤੀਜੇ ਦੇ ਚੌਥਾ। ਇਸ ਤਰ੍ਹਾਂ ਸੂਰਮੇ ਨੇ ਮੀਂਹ ਵਰਾ ਦਿੱਤੇ ਤੀਰਾਂ ਦੇ ਜੰਗ ਦੇ ਮੈਦਾਨ ਦੇ ਵਿੱਚ। ਤੇ ਕਈ ਸੂਰਮੇ ਤੇ ਦੈਂਤ ਸਨ ਜਿਹੜੇ ਡਰਦੇ ਮੈਦਾਨੇ ਜੰਗ ਦੇ ਵਿੱਚੋਂ ਦੌੜ ਗਏ। ਭਗਵਾਨ ਨਰਸਿੰਘ ਦਾ ਰੂਪ ਦੇਖ ਕੇ ਨਾ, ਭਗਵਾਨ ਦਾ ਸਵਰੂਪ ਦੇਖ ਕੇ, ਨੇਤਰ ਲਾਲ ਦੇਖ ਕੇ, ਚਿਹਰਾ ਮੂਹਰਾ ਦੇਖ ਕੇ ਮੂੰਹ ਦੇ ਵਿੱਚੋਂ ਖੂਨ ਵਹਿ ਰਿਹਾ ਸੀ। ਤੇ ਕਈ ਤੇ ਦੈਂਤ ਜਿਹੜੇ ਡਰਦੇ ਮੈਦਾਨੇ ਜੰਗ ਦੇ ਵਿੱਚੋਂ ਦੌੜ ਗਏ। ਤੇ ਗੁਰੂ ਦਸਵੇਂ ਪਾਤਸ਼ਾਹ ਨੇ ਲਿਖਿਆ ਕਿ ਇਹਨਾਂ ਦਾ ਜਿਹੜਾ ਜੰਗ ਯੁੱਧ ਹੈ ਨਾ, 8 ਦਿਨ 8 ਰਾਤਾਂ ਹੁੰਦਾ ਰਿਹਾ। ਭਗਵਾਨ ਨਰਸਿੰਘ ਦਾ ਤੇ ਹਰਨਾਕਸ਼ ਦੈਂਤ ਦਾ 8 ਦਿਨ ਤੇ 8 ਰਾਤਾਂ ਜੰਗ ਯੁੱਧ ਹੁੰਦਾ ਰਿਹਾ। ਤੇ ਕੀ ਹੋਇਆ, ਅਖੀਰ ਦੇ ਵਿੱਚ 9ਵੇਂ ਦਿਨ ਜਿਹੜਾ ਹਰਨਾਕਸ਼ ਦੈਂਤ ਸੀ ਬੜਾ ਭੈ ਭੀਤ ਹੋ ਗਿਆ ਵੀ ਮੇਰਾ ਹੁਣ ਸਮਾਂ ਆ ਗਿਆ ਹੈ। ਤੇ ਭਗਵਾਨ ਜੀ ਨੇ ਫਿਰ ਉਸ ਨੂੰ ਜਦੋਂ ਮਾਰਿਆ ਨਾ, ਧਰਤੀ ਦੇ ਉੱਤੇ ਬੇਹੋਸ਼ ਹੋ ਕੇ ਡਿੱਗ ਪਿਆ। ਤੇ ਫਿਰ ਭਗਵਾਨ ਨੇ ਉਸ ਨੂੰ ਪਾਣੀ ਪਿਆ ਕੇ ਨਾ ਫਿਰ ਖੜਾ ਕੀਤਾ, ਹੋਸ਼ ਦੇ ਵਿੱਚ ਲਿਆਂਦਾ। ਹਰਨਾਕਸ਼ ਦੈਂਤ ਫਿਰ ਸੂਰਬੀਰਾਂ ਦੀ ਤਰ੍ਹਾਂ ਮੈਦਾਨੇ ਜੰਗ ਦੇ ਵਿੱਚ ਗੱਜਿਆ। ਫਿਰ ਭਗਵਾਨ ਜੀ ਦੇ ਨਾਲ ਜੰਗ ਯੁੱਧ ਕਰਨ ਲੱਗਾ। ਫਿਰ ਸਾਧ ਸੰਗਤ ਜੀਓ, ਸ਼ਸਤਰ ਸਨ ਜਿਹੜੇ ਡਿੱਗ ਪਏ। ਫਿਰ ਜਿਵੇਂ ਪਹਿਲਵਾਨ ਘੁਲਦੇ ਨੇ ਖਾੜੇ ਦੇ ਵਿੱਚ, ਇਸ ਤਰ੍ਹਾਂ ਘੁਲਣ ਲੱਗੇ ਭਗਵਾਨ ਜੀ ਅਤੇ ਹਰਨਾਕਸ਼ ਦੈਂਤ। ਤੇ ਅਖੀਰ ਦੇ ਵਿੱਚ ਭਗਵਾਨ ਜੀ ਨੇ ਹਰਨਾਕਸ਼ ਦੈਂਤ ਨੂੰ ਆਪਣੇ ਪੱਟਾਂ ਦੇ ਲੈ ਕੇ ਨਾ ਦਲੀਜਾਂ ਦੇ ਵਿੱਚ, ਬੂਹੇ ਦੇ ਵਿੱਚ ਲੈ ਕੇ ਦਲੀਜਾਂ ਦੇ ਵਿੱਚ ਆਪਣੇ ਪੱਟਾਂ ਦੇ ਉੱਤੇ ਰੱਖ ਕੇ ਫਿਰ ਉਹ ਜਿਹੜੇ 12 ਵਾਰ ਲਿੱਤੇ ਸਨ ਬ੍ਰਹਮੇ ਦੇ ਕੋਲੋਂ, ਉਹ ਸਾਰੇ ਚੇਤੇ ਕਰਾਏ। ਕਹਿਣ ਲੱਗਿਆ ਦੇਖੋ ਵੀ ਜਿਹੜਾ ਹੁਣ ਦੇਖ ਨਾ ਰਾਤ ਹੈ ਨਾ ਦਿਨ ਹੈ, ਸਾਰੇ 12 ਵਾਰ ਚੇਤੇ ਕਰਾਏ ਭਗਵਾਨ ਜੀ ਨੇ। ਤੇ ਆਪਣੇ ਨੂੰਹਾਂ ਦੇ ਨਾਲ ਹਰਨਾਕਸ਼ ਦੈਂਤ ਨੂੰ ਪਾੜਿਆ ਤੇ ਮਾਰਨਾ ਕੀਤਾ। ਤੇ ਆਪਾਂ ਬਾਣੀ ਦੇ ਵਿੱਚ ਬਚਨ ਪਾਉਂਦੇ ਹਾਂ, ਹਰ ਜੁਗ ਜੁਗ ਰੱਖਦਾ, ਹਰ ਜੁਗ ਜੁਗ ਭਗਤੀ ਉਪਾਇਆ, ਪੈਜ ਰੱਖਦਾ ਆ ਰਾਮ ਰਾਜੇ। ਹਰਨਾਕਸ਼ ਦੁਸ਼ਟਰ ਮਾਰਿਆ, ਪ੍ਰਹਲਾਦ ਤਰਾਇਆ। ਆਪਣੀ ਭਗਤ ਪ੍ਰਹਲਾਦ ਦੀ ਰਾਜ ਰੱਖੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਕੀਤੇ ਨੇ, ਕਾਰਨ ਹਰਨਾਕਸ਼ ਦੈਂਤ ਦੇ ਕੱਲਰ ਕਵਲ ਭਗਤ ਪ੍ਰਹਲਾਦ। ਹਰਨਾਕਸ਼ ਦੈਂਤ ਦੇ ਘਰ ਦੇ ਵਿੱਚ ਜਿਹੜੀ ਬੰਜਰ ਧਰਤੀ ਸੀ, ਉੱਥੇ ਭਗਤ ਪ੍ਰਹਲਾਦ ਨੇ ਜਨਮ ਲਿੱਤਾ ਸਾਧ ਸੰਗਤ ਦੀ। ਤੇ ਫਿਰ ਭਗਤ ਪ੍ਰਹਲਾਦ ਨੇ ਕਿਹਾ ਉਸ ਅਕਾਲ ਪੁਰਖ ਪਰਮੇਸ਼ਰ ਨੂੰ
ਕਿ ਕਿਰਪਾ ਕਰੋ, ਇਹ ਜਿਹੜਾ ਹੈ ਤੇ ਮੇਰਾ ਪਿਤਾ ਹੀ ਸੀ ਨਾ, ਇਸ ਦਾ ਵੀ ਉਧਾਰ ਕਰਦੇ ਆ ਜੀ। ਤੇ ਫਿਰ ਭਗਤ ਪ੍ਰਹਲਾਦ ਜੀ ਨੂੰ ਕਿਹਾ ਭਗਵਾਨ ਜੀ ਨੇ ਵੀ ਇਕੱਲਾ ਇਸ ਦਾ ਉਧਾਰ ਹੀ ਨਹੀਂ ਹੋਏਗਾ, ਤੇਰੀਆਂ 21 ਕੁੱਲਾਂ ਉਤਰਨਗੀਆਂ। ਭਗਤ ਪ੍ਰਹਲਾਦ ਕੀ 21 ਕੁੱਲਾਂ ਉਧਾਰ ਏ। ਭਗਤ ਪ੍ਰਹਲਾਦ ਦੀਆਂ 21 ਕੁੱਲਾਂ ਉਧਾਰ ਦਿੱਤੀਆਂ ਭਗਵਾਨ ਜੀ ਨੇ। ਸੋ ਸਾਧ ਸੰਗਤ ਜੀ, ਅੱਜ ਆਪਾਂ ਨਰਸਿੰਘ ਅਵਤਾਰ ਦਾ ਪ੍ਰਸੰਗ ਸਰਵਣ ਕੀਤਾ ਹੈ ਤੇ ਹਰਨਾਖਸ਼ ਦੈਂਤ ਨੂੰ ਕਿਵੇਂ ਮਾਰਿਆ ਭਗਵਾਨ ਜੀ ਨੇ। ਸੋ ਪ੍ਰਸੰਗ ਸਰਵਣ ਕੀਤੇ ਨੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।